ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਫਿਰੋਜ਼ਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰੀਸ਼ ਪੁੱਤਰ ਪਰਮਜੀਤ ਵਾਸੀ ਪਿੰਡ ਬਜੀਤਪੁਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਤੇ ਪੁਲਿਸ ਨੇ ਕਾਰਵਾਈ ਕਰਦੇ ਉਸ ਨੂੰ ਕਾਬੂ ਕਰਕੇ ਉਸ ਕੋਲੋਂ 700 ਗ੍ਰਾਮ ਹੈਰੋਇਨ, ਇੱਕ ਪਿਸਤੌਲ, 32 ਬੋਰ, 5 ਜਿੰਦਾ ਕਾਰਤੂਸ, ਇੱਕ ਐਕਟਿਵਾ ਤੇ ਇੱਕ मोबाइल फोन बरामद किया है, जिस खिलाफ मामला दर्ज करके अगलेरी कार्रवाई शुरू कर दी गई। बरामद की गई है सर, एक ही मामला है जी। मानयोग एसएसपी फिरोजपुर सौम्या मिश्रा जी वालों सख्त निर्देश सीगे कि अड टीमां बना के जो नशे के खिलाफ है लड़ाई उस विच मुहिम चलाई जाए। तो एक जी टीम बनाई गई सी डीएसपी डी श्री बलगार सिंह संधू जी तो सीआई इंचार्ज प्रभजीत जी। आ टीम नूं बहुत वड्डी कामयाबी मिली जद जरा हरीश ते होर राहुल ते बॉबी ਇਹ 3 ਦਿਨਾਂ ਤੇ ਇੱਕ ਪਰਚਾ ਹੋਇਆ ਸੀ 34/24 ਥਾਣਾ ਸਦਰ ਵਿੱਚ। ਜਿਹੜਾ ਹਰੀਸ਼ ਹੈ, ਹਰੀਸ਼ ਤੇ 700 ਗ੍ਰਾਮ ਦੀ ਰਿਕਵਰੀ ਹੋਈ। ਜਿਵੇਂ ਕਿ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੌਮਿਆ ਮਿਸਰਾ ਜੀ ਦੇ ਨਿਰਦੇਸ਼ ਹੈਗੇ, ਅਸੀਂ ਹਰ ਕੇਸ ਵਿੱਚ ਬੈਕਵਰਡ ਲਿੰਕੇਜ ਤੇ ਜਾਣਦੇ ਹਾਂ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਇਹ ਕਿਹਨੂੰ ਵੇਚਣ ਜਾ ਰਿਹਾ ਸੀ। ਜਦ ਉਹਦਾ ਪੁਲਿਸ ਰਿਮਾਂਡ ਲਿੱਤਾ ਗਿਆ, ਪੁਲਿਸ ਰਿਮਾਂਡ ਵਿੱਚ ਜਦ ਪੁੱਛਗਿੱਛ ਕੀਤੀ ਗਈ ਤੇ ਹੋਰ ਜਿਹੜਾ ਸਾਇੰਟੀਫਿਕ ਮੈਥਡ ਨਾਲ ਤਫਤੀਸ਼ ਕੀਤੀ ਗਈ, ਉਸ ਵਿੱਚ ਆ ਵੀ ਪਾਇਆ ਗਿਆ ਕਿ ਜਿਹੜਾ ਹੈਗਾ ਇੱਕ ਨਜਾਇਜ਼ ਜਿਹੜਾ ਹੈਗਾ ਪਿਸਟਲ 32 ਬੋਰ ਤੇ 5 ਜਿੰਦਾ ਰਾਉਂਡ ਤੇ ਇੱਕ ਮੈਗਜ਼ੀਨ ਆ ਜਿਹੜਾ ਹੈ ਇਹ ਰਿਕਵਰੀ ਇਹਦੀ ਵੀ ਹੋਈ ਹੈ। ਜਿਹੜਾ ਹਰੀਸ਼ ਹੈਗਾ ਇਹਦਾ ਪਹਿਲਾ ਵੀ ਕ੍ਰਿਮੀਨਲ ਰਿਕਾਰਡ ਹੈਗਾ, ਇਸ ਤੋਂ ਪਹਿਲੇ ਵੀ ਥਾਣਾ ਕੁਲਗੜੀ ਵਿੱਚ 2 ਪਰਚੇ ਦਰਜ ਹੈਗੇ ਧਾਰਾ 307 ਦੇ ਤਹਿਤ। ਤੇ ਜਿਹੜਾ ਇਹਦਾ ਭਰਾ ਹੈਗਾ ਲਖਨ, ਉਹ ਵੀ ਜਿਹੜਾ ਹੈਗਾ ਜੇਲ੍ਹ 'ਚ ਹੈਗਾ। ਕਿੰਨੀ ਰਿਕਵਰੀ ਉਸ ਵਾਲੇ ਕੇਸ 'ਚ 1.5 ਕਿਲੋ ਹੈਰੋਇਨ, ਉਸ ਕੇਸ 'ਚ 1.5 ਕਿਲੋ ਹੈਰੋਇਨ ਦੀ ਰਿਕਵਰੀ ਹੈ। ਲਖਨ ਜਿਹੜਾ ਇਹਦਾ ਭਰਾ ਹੈਗਾ। ਤੇ ਅੱਗੇ ਵੀ ਇਸੇ ਪ੍ਰਕਾਰ ਤੋਂ ਅਸੀਂ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਅਸੀਂ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ। ਸਰ ਕੀ ਇਹ ਪਿਸਟਲ ਨਜਾਇਜ਼ ਸੀ ਤੇ ਕੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਕਿਸੇ ਸੀ? ਜਿਹੜਾ ਇਹ ਪਿਸਟਲ ਹੈਗਾ ਇਹ ਤਾਂ ਨਜਾਇਜ਼ ਹੀ ਹੈਗਾ। ਅਸੀਂ ਹੁਣ ਪੁੱਛਗਿੱਛ ਕਰ ਰਹੇ ਹਾਂ ਇਹ ਕਿਹੜੀ ਵਾਰਦਾਤ ਨੂੰ ਜਿਹੜਾ ਹੈਗਾ ਜਾਣੇ ਅੰਜਾਮ ਦੇਣ ਜਾ ਰਿਹਾ ਸੀ। ਤੇ ਮੈਂ ਕਹਿ ਸਕਦਾ ਹਾਂ ਕਿ ਇਹ ਇੱਕ ਬਹੁਤ ਵੱਡੀ ਜਿਹੜੀ ਵਾਰਦਾਤ ਹੈ ਰੋਕੀ ਗਈ ਹੈ, ਇਹ ਰਿਕਵਰੀ ਕਰਾ ਕੇ। ਸਰ ਪਤਾ ਲੱਗਾ ਕਿੱਥੋਂ ਲੈ ਕੇ ਆਏ ਸੀ? ਤੇ ਪੁੱਛਗਿੱਛ ਚੱਲ ਰਹੀ ਹੈ, ਅਸੀਂ ਹੁਣ ਛੇਤੀ ਪਰਦਾਫਾਸ਼ ਕਰਾਂਗੇ ਕਿੱਥੋਂ ਲੈ ਕੇ ਆਇਆ ਸੀ ਤੇ ਜਿਹੜਾ ਪੂਰਾ ਰੈਕਟ ਹੈ ਉਹਦਾ ਵੀ ਪਰਦਾਫਾਸ਼ ਕਰਾਂਗੇ। ਠੀਕ ਹੈ। ਕੁਰੂਕਸ਼ੇਤਰ ਵਿੱਚ ਇੱਕ ਵਾਰ ਫਿਰ ਆਸ਼ਾ ਵਰਕਰ ਯੂਨੀਅਨ ਹਰਿਆਣਾ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ। ਉੱਥੇ ਜ਼ਿਲ੍ਹਾ ਕਮੇਟੀ ਕੁਰੂਕਸ਼ੇਤਰ ਸੰਬੰਧਿਤ CITU ਦੀ ਅਗਵਾਈ 'ਚ ਸਮੂਹ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੁਰੂਕਸ਼ੇਤਰ ਨਵੇਂ ਬੱਸ ਸਟੈਂਡ ਨੇੜੇ ਰੋਸ ਪ੍ਰਦਰਸ਼ਨ ਕੀਤਾ। ਨਵੇਂ ਬੱਸ ਸਟੈਂਡ ਤੋਂ ਕੁਰੂਕਸ਼ੇਤਰ ਦੇ ਵਿਧਾਇਕ ਸੁਭਾਸ਼ ਸੁਦਾ ਦੀ ਰਿਹਾਇਸ਼ ਤੱਕ ਪਹੁੰਚੇ ਆਸ਼ਾ ਵਰਕਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। जैसे आशा वर्कर हैं, विधायक की कोठी आगे आए हैं, किस लिए? मेरा नाम पिंकी और मैं जिला कुरुक्षेत्र की आशा वर्कर यूनियन हरियाणा के जिले की प्रधान हूँ। और हम 73 दिन से लगातार 8 अगस्त से हड़ताल करके हमारा सरकार ने 18 अक्टूबर को हमारा समझौता लागू किया था। उन्होंने समझौता लागू करने का हमें पता है कि भाई उसमें टाइम लगता है। सरकार ने हमें आश्वासन देकर उठा दिया था कि भाई आपकी मांगों का जल्दी से जल्दी समाधान हो जाएगा। हम 19 तारीख से अपने काम पर लौट गए थे। सरकार ने आश्वासन देने के बाद कुछ मांगों का समाधान किया था और 16 अक्टूबर को सरकार ने हमारी 4000 रुपये की फाइल को पास किया था मिशन डायरेक्टर के बीच में। आज तक हस्ताक्षर कर रहे हमारे पास लाइटर आ रहा लिखित में भाई आपकी हड़ताल के दौरान के 4000 जो फिक्स वेतन है वो मिल जाएगा। और कुछ उसमें हमारी मांगे थी जो हम लेटर के माध्यम से आपको बता देंगे और दिखा भी देंगे कि भी सरकार ने हमारे साथ झूठा आश्वासन झूठा दिया सरकार ने हमें, और अपना वादा खुद करके खुद मुकर गई सरकार। हमने सरकार से ये कहा था कि भाई आप हमारी मांगों का समाधान करो। सरकार ने ये बोला कि भाई हम आपकी मांगों का जल्दी से जल्दी समाधान कर देंगे, आप हमारी बैंड देती हो। पर उन्होंने मीटिंग के अंदर तो उन्होंने समझौते को लागू कर दिया। उसके बाद जो वह फाइल का प्रोसीजर होता है वो वहाँ से बढ़कर चला गया। अब सोमवार को हमारे राज्य कमेटी के सदस्य वहाँ पर जिले की जो हमारे प्रदेश की प्रधान है सुरेखा दीदी वो गई थी, महासचिव सुनीता जी वो गई थी, हमारे और भी डेलीगेट गए थे वहाँ पर मिलने के लिए। पर वहाँ पर ना तो एसीएस मैडम मिली और ना ही मिशन डायरेक्टर भी मिले। उन्होंने ये बोल दिया कि भाई आज वो विधानसभा का सत्र चला हुआ है वहाँ पे गए हुए हैं। पर वहाँ पर मंगलवार को ये खबर आती है राज्य कमेटी के अंदर कि भाई मंगलवार को जो हमारी 4000 की फाइल थी और जो हमारे कुछ पेंडिंग मांगे थी उनका समाधान की जो फाइल थी वो रद्द कर दी गई है सरकार की। उसके बाद 29 फरवरी को राज्य कमेटी के अंदर ये फैसला हुआ था कि भाई हम पंचकुला शांतिपूर्वक NHM के ऑफिस पर हम अपना प्रदर्शन करेंगे। प्रदर्शन करने के लिए जैसे ही हम घर से निकलते हैं, कुछ बहनें हमारी जर्जर की साइड से एक गड्डी का उनको 1-2 गड्डी बोला गया था, पर उनको घर से नहीं निकलने दिया, वहीं पर उनको उनके घर में बंदी बना दिया। उसके बाद जैसे कैसे हमारी 5 किलो की बारी थी वहाँ पर सारे जिले की हमारी अम्बाड़ा, कुरुक्षेत्र,
यमुनानगर और पंचकूले की लगी थी कि भाई जो आसपास के ज़िले हैं वो थोड़ी संख्या में जाएंगे, पर सरकार ने वहाँ जाने नहीं दिया। रोडों पर ऐसे ही उतार लिया। मैं कोई बस में जा रहा था, बस से उतार लिया, कोई गड्डी से जा रहा था, गड्डी पे रोड के बीच में बिठा दिया। और पंचकूला जो हमारे सदस्य पहुँचे थे, जो हमारी आशा वर्कर पहुँची थी, पंचकूला से उनको बसों में बिठाकर 6-6, 7-7 चक्कर पंचकूला के, शाहबाद के, अम्बाड़ा के, कोई यमुनानगर साइड से गलत रूट पर 4 बजे तक घुमाया उन्होंने। ये जो लोकतंत्र की हत्या सरकार ने किया, ये बिल्कुल भी हमें मंजूर नहीं है। इसके लिए हमने आज प्रदर्शन पूरे हरियाणा के अंदर 22 जिलों में प्रदर्शन है। पूरे के पूरे जो भी हमारे बीजेपी के विधायक और सांसद हैं, उनके घरों पर हमने आज ये आवास पर प्रदर्शन किया है। और आने वाली 7 मार्च की तारीख तक, 6 तारीख तक सरकार ने हमारे समझौते का लागू कर दिया, तो ठीक है नहीं, 7 मार्च को हम दोबारा से प्रदर्शन करेंगे। ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਰੰਗਾ ਟਿੱਬੀ ਵਿੱਚ ਇੱਕ ਬੇਟੇ ਨੇ ਆਪਣੇ ਹੀ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦੇ ਪਿੰਡ ਗੰਗਾ ਟਿੱਬੀ ਦੇ ਵਸਨੀਕ ਮੁਖਤਿਆਰ ਸਿੰਘ ਦਾ ਆਪਣੇ ਲੜਕੇ ਸੁਰਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਤੇ ਇਸ ਲੜਾਈ ਦੌਰਾਨ ਸੁਰਜੀਤ ਸਿੰਘ ਨੇ ਆਪਣੇ ਹੀ ਪਿਤਾ ਮੁਖਤਿਆਰ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮੁਖਤਿਆਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਸਿਵਲ ਹਸਪਤਾਲ ਜੀਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਤੇ ਬਾਅਦ ਵਿੱਚ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮੇਰਾ ਨਾਮ ਮਨਜੀਤ ਸਿੰਘ, ਪਿੰਡ ਟਿੱਬੀ ਰੰਗਾ, ਡਿਸਟ੍ਰਿਕਟ ਫਿਰੋਜ਼ਪੁਰ। ਸਰ ਕੰਧ ਇੱਕ ਛੋਟੀ ਜਿਹੀ ਹੈਗੀ ਸੀ, ਕੰਧ ਦਾ ਛੋਟਾ ਜਿਹਾ ਝਗੜਾ ਸੀ। ਝਗੜਾ ਵੀ ਨਹੀਂ ਸੀ ਕੋਈ ਖਾਸ, ਸਿਰਫ ਇੱਕ ਦੋ। ਮੇਰਾ ਨਾਮ ਮਨਜੀਤ ਸਿੰਘ, ਡਿਸਟ੍ਰਿਕਟ ਫਿਰੋਜ਼ਪੁਰ, ਪਿੰਡ ਟਿੱਬੀ ਰੰਗਾ। ਮੇਰਾ ਇੱਕ ਛੋਟਾ ਭਰਾ ਸੀ, ਉਹਦੇ ਨਾਲ ਇੱਕ ਛੋਟਾ ਜਿਹਾ ਘਰ ਦਾ ਰੌਲਾ ਸੀ। ਇਸ ਕਰਕੇ ਉਹ ਸਰਦਾਰ ਮੁਖਤਿਆਰ ਸਿੰਘ, ਮੇਰਾ ਜੋ ਬਾਪ ਸੀ, ਉਸ ਨੂੰ ਉਸਨੇ ਗੋਲੀ ਮਾਰ ਦਿੱਤੀ। ਸਿੱਧੀਆਂ 2 ਗੋਲੀਆਂ ਮਾਰੀਆਂ। ਉਸ ਨੂੰ ਅਸੀਂ ਫਰੀਦਕੋਟ ਦੇ ਵਿੱਚ ਇਲਾਜ ਕਰਾਉਣ ਲਈ ਲਿਆਂਦਾ, ਜੋ ਜੇਰੇ ਇਲਾਜ ਵਿੱਚ ਹੈ, ਹਾਲੇ ਤੋਂ ਬੇਹੋਸ਼ੀ ਦੇ ਤੌਰ ਤੇ ਹੈ। ਸਾਡੇ ਕੋਲ ਮੁਖਤਿਆਰ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ ਸਿਵਲ ਹਸਪੀਟਲ ਜੀਰਾ ਐਮਰਜੈਂਸੀ ਦੇ ਵਿੱਚ, ਤੇ ਜੋ ਸਾਨੂੰ ਡਾਕਟਰ ਸਾਹਿਬ ਨਾਲ ਪਤਾ ਲੱਗਿਆ ਕਿ ਉਹ ਚੀਜ਼ ਉਹਦੇ ਇੱਕ ਤਾਂ ਗਲੇ ਤੇ ਗਨਸ਼ਾਟ ਇੰਜਰੀ ਸੀਗੀ, ਇੱਕ ਉਹਦੇ ਗਲ ਤੇ ਸੀਗੀ, ਫੇਸ ਤੇ ਸੀ। ਉਹਦੇ ਵਾਸਤੇ ਕਾਫੀ ਜ਼ਿਆਦਾ ਬਲੀਡਿੰਗ ਹੋ ਰਹੀ ਸੀਗੀ, ਇਸ ਕਰਕੇ ਡਾਕਟਰ ਸਾਹਿਬ ਨੇ PI ਉਹਦੀ ਕੱਟ ਕੇ ਤੇ ਉਹਨੂੰ ਐਮਰਜੈਂਸੀ ਫਰੀਦਕੋਟ ਇੱਕ ਵਾਰ ਰੈਫਰ ਕਰ ਦਿੱਤਾ ਗਿਆ, ਤਾਂ ਕਿ ਜੋ ਵੀ ਉਹਦੇ ਗਲੇ ਦੇ ਮਾਰ ਹੈ ਜਾਂ ਕੋਈ ਵੀ ਉਹਦੇ ਜਿਹੜੀ ਨਾੜ 'ਚ ਸੱਟ ਵੱਜੀ ਹੈ ਜਾਂ ਕੋਈ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਕੋਈ ਆਰਟਰੀ ਰਪਚਰ ਹੋਈ ਹੈ, ਉਹ ਫਿਰ ਸਾਰਾ ਉੱਥੇ ਜਾ ਕੇ ਉਹ ਚੈੱਕ ਕਰਵਾ ਸਕਦਾ। ਹਰਿਆਣਾ ਦੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਭਾਰਤ ਗੱਠਜੋੜ ਤੇ ਤਿੱਖਾ ਨਿਸ਼ਾਨਾ ਸਾਧਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਮੋਦੀ ਸਰਕਾਰ ਨੇ ਧਾਰਾ 370 ਹਟਾ ਦਿੱਤੀ ਤੇ ਲੋਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ 370 ਸਿਰਫ NDA ਸਰਕਾਰ ਸੀਟਾਂ ਦਾ ਆਸ਼ੀਰਵਾਦ ਦੇਵੇਗੀ ਤੇ 400 ਤੋਂ ਵੱਧ ਜਿੱਤ ਦਰਜ ਕਰੇਗੀ। देखिए, भाजपा की पूरी तैयारी है और भाजपा एक संगठन है, यहाँ कोई केवल किसी व्यक्ति विशेष के लिए नहीं है। और हमारी कल मीटिंग हुई है और अब हमारे हाईकमान ने फैसला करना, जो भी हाईकमान फैसला करेगा, जो केंद्रीय चुनाव समिति है वो फैसला करेगी, जिसको भी कैंडिडेट घोषित करेगी, तो निश्चित तौर से सब लोग मिलकर उसको चुनाव जिताएंगे। देखिए, उनका आंतरिक मामला इस प्रकार का है, जिस प्रकार की असंतोष उनकी पार्टी में हुआ और उस संतोष के कारण कुछ लोगों को उन्होंने बर्खास्त भी कर दिया, अपने 6 विधायकों को, और उनकी सदस्यता भी उन्होंने समाप्त कर दी। तो ये उनका आंतरिक मामला है, जिस प्रकार से आखिर कुछ ना कुछ तो कारण होगा। कोई भी MLA इतना बड़ा स्टेप ले रहा तो उसके साथ व्यवहार ठीक नहीं होगा, कुछ ना कुछ रहा होगा ऐसा, तो जिसके कारण उसे इतना मजबूर होना पड़ा कि उसने अपनी पार्टी के विरुद्ध निर्णय लेना पड़ा। नहीं, देखिए, इसका फैसला मैं तो नहीं कुछ भी कह सकता कि मिल के लड़ेंगे नहीं लड़ेंगे, तो हाईकमान ने फैसला करना, लेकिन अभी तक हमारा कोई समझौता नहीं है। चुनाव लड़ने का कोई समझौता हमारा अभी तक नहीं है। सर, हमारी जिम्मेदारी यही है कि एक शॉर्ट लिस्ट करके हम यहाँ से केंद्र को भेज देते हैं, उसके बाद केंद्र जो है उसके ऊपर फैसला करता है। तो अब मैं उसकी डेट तो नहीं आपको बता सकता कि किस डेट तक फैसला हो जाएगा, लेकिन जल्दी फैसला हो जाएगा। तैयार है। जो माननीय प्रधानमंत्री जी ने कहा है कि 370 हमने समाप्त की और 370 की एवज में देश जो है 370 सीटों का ही टिक्का जो है अब की बार भारतीय जनता पार्टी करेगा, तो निश्चित तौर से भारतीय जनता पार्टी 370 सीटें जीतेगी और जो NDA है वो 400 पार जीतेगी। ਯਮੁਨਾਨਗਰ ਹਰਿਆਣਾ ਦੇ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੇ ਸ਼ਸ਼ਰੋਲੀ ਅਤੇ ਪਿੰਡ ਜੈਤਪੁਰ ਵਿੱਚ ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ ਕਰੀਬ 1 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਕਮਿਊਨਿਟੀ ਇਮਾਰਤਾਂ ਦਾ ਉਦਘਾਟਨ ਕੀਤਾ। ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਕਮਿਊਨਿਟੀ ਬਿਲਡਿੰਗ ਦਾ ਨਾ ਸਿਰਫ ਇੱਥੋਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਸਗੋਂ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਦਾ ਸਿੱਧਾ ਲਾਭ ਮਿਲੇਗਾ। देखिए, 2 मैरिज पैलेस बन के तैयार हुए और इससे बहुत बड़ा लाभ होगा।
छछरौली जो है वो तो वैसे तो कस्बा है पर गांव है, और गांव की दृष्टि से सबसे बड़ा गांव है मेरे पूरे इलाके का, और लगभग मैं समझता हूँ कि 15,000 के करीब आबादी होगी। तो यहाँ एक बहुत बड़ी ज़रूरत थी इस चीज़ की, तो आज यहाँ पे बन के तैयार है यार, तो मैं समझता हूँ काफ़ी लाभ होगा। दूसरा जयदर में बन के तैयार है यार, वो लगभग 3 गांव जो हैं आसपास उसको लाभ होगा, जयदर को भी, जयदरी को भी, बूलखेड़ी को। और वहाँ रास्ता है, वो रास्ता भी हम जल्दी बनवाएंगे, उस रास्ते से मैं समझता हूँ कि बूलखेड़ी नज़दीक भी होगा, तो मैं समझता तो काफ़ी गाँव को इसका लाभ मिलेगा। देखिए पूर्व की सरकारों में तो अभी तक गलियों का और जो चौपाल थी, एससी चौपाल या दूसरा, तो वहाँ तक की डिमांड थी लोगों की, उससे ज़्यादा डिमांड भी नहीं थी। लेकिन अब वो सारे काम पूरे नहीं है। अब फिरनी का काम, अब तो फिरनियों में लाइट की बात सोच रहे हैं कि सारी फिरनियों में लाइट लगनी चाहिए, तो उसकी बात चलने लगी। अब मैरिज पैलेस की डिमांड है, कम्युनिटी हॉल की डिमांड है, अब खेतों के रास्तों की डिमांड चल रही है। और अभी मैंने जैसे कहा भी कि अब की बार 40 किलोमीटर के हमारे खेतों के रास्ते अब की बार बनेंगे, और मैं समझता हूँ उससे 30% दूरी जो है वो कम हो जाएगी गाँव से, क्योंकि जहाँ घूम के जाना पड़ता है तो सीधा रास्ता, वैसे तो पैदल तो लोग अब भी उन्हीं रास्तों से जाते हैं, लेकिन क्योंकि व्हीकल नहीं उस रास्ते से चल सकता, तो जब वो पक्का बन जाएगा तो उस पर फिर व्हीकल भी ठीक तरीके से चलेगा, तो लोगों को उससे बहुत बड़ा लाभ होगा। 100% जिस गति से प्रदेश तरक्की कर रहा, तो जो नरेंद्र मोदी जी ने हमें टारगेट दिया कि 2047 तक भारत को विकसित करना, तो हमारी जिम्मेदारी है कि अपनी हरियाणा को वो करना। तो हम निश्चित तौर से 2047 से पहले इस प्रकार की स्थिति कर देंगे कि जिससे हरियाणा पूरा विकसित होगा। ਪਲਵਲ ਹਸਨਪੁਰ ਬਲਾਕ ਸਮਿਤੀ ਦੇ ਚੇਅਰਪਰਸਨ ਅੰਜੂ ਦੇਵੀ ਖਿਲਾਫ ਅੱਜ ਮਿਨੀ ਸਕੱਤਰੇਤ ਵਿੱਚ ਬੇਭਰੋਸਗੀ ਮਤਾ ਪਾਸ ਕੀਤਾ ਗਿਆ ਤੇ 17 ਵੋਟਾਂ ਵਿੱਚੋਂ 15 ਵੋਟਾਂ ਬੇਭਰੋਸਗੀ ਮਤੇ ਦੇ ਹੱਕ ਵਿੱਚ ਪਈਆਂ, ਜਦਕਿ 2 ਰੱਦ ਹੋ ਗਏ। ਵੋਟਿੰਗ ਏਡੀਸੀ ਅਤੇ ਬੀਡੀਪੀਓ ਦੀ ਦੇਖਰੇਖ ਵਿੱਚ ਹੋਏ ਤੇ ਵਿਭਾਗ ਦੇ ਅਧਿਕਾਰੀਆਂ ਨੇ ਬੇਭਰੋਸਗੀ ਮਤੇ ਦੀ ਕਾਰਵਾਈ ਅੱਗੇ ਭੇਜ ਦਿੱਤੀ ਤੇ ਬੇਭਰੋਸਗੀ ਮਤੇ ਕਾਰਨ ਸਾਰੇ ਮੈਂਬਰ ਚੇਅਰਮੈਨ ਤੋਂ ਖੁਸ਼ ਹਨ। मेरा ओम प्रकाश बैंसला एडवोकेट। आज अविश्वास पत्र पर सुनवाई हुई है। हसनपुर ब्लॉक समिति का चेयरमैन जो मंजू देवी के खिलाफ अविश्वास प्रस्ताव लाए थे, उसमें टोटल 17 वोट कास्ट हुई थी हमारी, जिनमें 2 टेक्निकल इशू की वजह से 2 वोट हमारी उसमें रद्द घोषित करी, 15 अविश्वास के पक्ष में गई। ਮਾਲਖਾ ਬਚਾਓ ਸੰਘਰਸ਼ ਮੋਰਚਾ ਨੇ ਡੀਸੀਆਈ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਮੁੱਖ ਮੰਤਰੀ ਵੱਲੋਂ ਨਗਰ ਕੌਂਸਲ ਬਣਾਉਣ ਦੇ ਐਲਾਨ ਨੂੰ ਲਾਗੂ ਕਰਨ ਵਿੱਚ ਘੋਰ ਲਾਪਰਵਾਹੀ ਦਾ ਦੋਸ਼ ਲਗਾਇਆ। 3 ਹਫ਼ਤੇ ਬੀਤ ਚੁੱਕੇ ਹਨ, ਪਰ ਅੱਜ ਤੱਕ ਨਗਰ ਕੌਂਸਲ ਅਧਿਕਾਰੀ ਸਰਕਾਰ ਨੂੰ ਨਗਰ ਕੌਂਸਲ ਦੀ ਤਜਵੀਜ਼ ਅਤੇ ਲੋੜੀਂਦੇ ਦਸਤਾਵੇਜ਼ ਵੀ ਨਹੀਂ ਭੇਜ ਸਕੇ। ਜੇਕਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਤੇ ਨਗਰ ਪਾਲਿਕਾ ਅਧਿਕਾਰੀ ਚਾਹੁੰਦੇ ਤਾਂ 29 ਫਰਵਰੀ ਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ ਨਗਰ ਕੌਂਸਲ ਬਣਾਉਣ ਦਾ ਪ੍ਰਸਤਾਵ ਪਾਸ ਕਰ ਸਕਦੇ ਸਨ, ਪਰ ਇਹ ਜ਼ਰੂਰੀ ਕੰਮ नहीं ਹੋਇਆ। जिला पानीपत के डीसी और जो पानीपत नगर निगम के आयुक्त हैं, कमिश्नर हैं, जिला पालिका आयुक्त और नगर पालिका के सेक्रेटरी, ये तीनों अधिकारी मिलकर माननीय मुख्यमंत्री मनोहर लाल खट्टर की जो घोषणा थी, सीएम अनाउंसमेंट समालखा नगर पालिका को नगर परिषद बनाने की, उसको ये तीनों अधिकारी फेल करने पे लगे हुए हैं। 3 हफ्ते बीत गए हैं। 12 फरवरी 2024 को इनको सभी को सरकार से लेटर आया था कि तत्काल नगर पालिका को नगर परिषद बनाने के लिए प्रस्ताव पास करके भेजो और साथ में जो और जरूरी दस्तावेज हैं उनको भी भेजो ताकि इसको नगर परिषद बनाया जाए। लेकिन 3 हफ्ते बीत गए, किसी अधिकारी के कान पर जूं नहीं रेंगी। कल समालखा नगर पालिका की मीटिंग थी जिसमें करोड़ों रुपए के बजट पास किए गए, लेकिन जो समालखा की जो सबसे प्रमुख समस्या है, इसको नगर परिषद बनाने की, लिमिट एक्सटेंशन करने की और करीब 24 के करीब जो यहाँ पर अवैध कॉलोनियाँ हैं उनको विकास कार्य कराने की, उनको पास करवाने की, उसके बारे में नगर पालिका के अधिकारियों का, पार्षदों का, चेयरमैन का कोई लेना देना नहीं है। और यहाँ का विधायक तो फरार हो चुका है, धर्म सिंह छोकर भगोड़ा बन चुका है, और यहाँ का जो एमपी है संजय भाटिया, उसका भी कोई अता पता नहीं। इसलिए ये समालखा का जो एरिया है ये लवारिस बना हुआ है। हमारी सरकार से मांग है कि जब तक तुरंत इसको लिमिट को एक्सटेंड करे और नगर परिषद बनाए, क्योंकि जब तक यहाँ पर लिमिट एक्सटेंड नहीं होगी, नगर परिषद नहीं बनेगी, तब तक यहाँ की जो अवैध कॉलोनियाँ हैं 2 दर्जन के करीब, चाहे वो भरतनगर हो, चाहे वो मयूर विहार हो पावटी के अंदर,
चाहे श्री तारा एनक्लेव कॉलोनी है, चाहे दूसरी जितनी भी कॉलोनियां हैं, इनमें विकास कार्य नहीं हो पाएंगे और आने वाले चुनाव के अंदर यहाँ की पब्लिक जो है इनके सरकार को सबक सिखाएगी। तो हम ये अपील करते हैं माननीय मुख्यमंत्री से कि जो आपने घोषणा करी थी नगर परिषद बनाने की, वो तत्काल उसको लागू किया जाए और ये जो अधिकारी हैं, डीसी साहब और नगर पालिका के सेक्रेटरी और नगर निगम के जिला पालिका आयुक्त, ये तमाम अधिकारी जो जरूरी कागजात हैं, रेजोल्यूशन है नगर पालिका का, उसको सरकार को तत्काल भेजें। हमारी यही मांग है। ਨਿਤੇਸ਼ ਰਾਣਾ ਕਤਲकांड ਵਿੱਚ ਪੁਲਿਸ ਨੇ 24 ਘੰਟਿਆਂ ਵਿੱਚ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਉਸਦੀ ਪਤਨੀ ਪਿੰਕੀ ਅਤੇ ਬੇਟੇ ਭਾਨੂ ਰਾਣਾ ਤੇ ਕਤਲ ਦਾ ਦੋਸ਼ ਹੈ। 27 ਫਰਵਰੀ ਨੂੰ ਹਿਤੇਸ਼ ਰਾਣਾ ਦੀ ਲਾਸ਼ ਨਲਵੀ ਨਹਿਰ ਨੇੜੇ ਜੰਗਲ ਚੋਂ ਅੱਧ-ਸੜੀ ਹਾਲਤ ਵਿੱਚ ਮਿਲੀ ਸੀ। ਜਗਾਦਰੀ ਸਿਟੀ ਥਾਣਾ ਤੇ CIA 2 ਦੀ ਸਾਂਝੀ ਟੀਮ ਨੇ ਇਸ ਪੂਰੇ ਕਤਲकांड ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਤੇ ਜਗਾਦਰੀ ਥਾਣਾ ਇੰਚਾਰਜ नरेंद्र राणा ने दस्सिया कि उसके लड़के और पत्नी पिंकी राणा ने अपने पति हितेश राणा के कत्ल की गल कबूल कर ली। इसमें जैसे आपको पता है कि मर्डर का मुकदमा हमने दर्ज किया था। हितेश राणा को किसी ने उसकी हत्या करने के बाद उसके बॉडी को जला दिया था। तो इसमें हमारी थाने की और CIA 2 की टीम ने जॉइंट इन्वेस्टिगेशन की और हमने हमारी जॉइंट इन्वेस्टिगेशन के तहत जो हमारे तथ्य सामने आए, उन तथ्यों के आधार पर हमने मृतक की पत्नी जो है पिंकी रानी और उनका लड़का भानुज राणा, उन दोनों को गिरफ्तार किया है और उनको आज हमने कल गिरफ्तार करके आज कोर्ट में पेश करके उनका रिमांड लेंगे। जी सर, ये पहले क्या गला दबा कर हत्या की गई थी, जलाया गया था, कुछ कत्ल लग पाया? अभी तक की इन्वेस्टिगेशन के दौरान आरोपी ने ये माना है कि उसने अपने पिता को अपनी माता की मदद से गला घोंटकर उसकी हत्या की थी और उसकी पहचान छुपाने के लिए और अपने आप को बचाने के लिए उसने उसको बॉडी को दूसरी जगह प्लांट किया और वहाँ जाके उसको पेट्रोल डाल के उसको जला दिया। तो सर, घर से कैसे लेके आए थे बॉडी को, किसी को पता नहीं लग पाया? इसने इसके मुताबिक ये रात को लेट नाइट जब सब पड़ोसी और वगैरह सब सो गए थे तो इसने मौका देख के अपनी गाड़ी को, अपने पापा की बॉडी को एक कार में शिफ्ट किया और उसके बाद उसको लेके गया। सर, वजह क्या बताई गई है जो मर्डर किया गया? वजह तो अब तक ये सामने आई है कि जो मृतक है वो शराब पीने के आदी थे और इनमें शराब पीने को लेकर घर में गाली गलौज और झगड़ा अक्सर होता रहता था। पड़ोसियों से भी इस बात की तस्दीक हुई है, किराएदार से भी इस बात की तस्दीक हुई थी, इनका इस बात को लेकर झगड़ा रहता था और वो झगड़ा इतना बढ़ गया था कि कई बार तो उनके आपस में मारपीट भी हुई है और वारदात वाले दिन भी इनका काफ़ी झगड़ा हुआ। झगड़े के बाद इन्होंने ये स्टेप उठाया। लड़की की उम्र कितनी है, क्या काम करता है? लड़का BSc कर रहा था खालसा कॉलेज से, उसने बीच में अपनी पढ़ाई छोड़ दी करीब 1.5 साल से। उम्र उसकी 19 साल के करीब है। जी। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਤੋਂ 3 ਮਾਰਚ ਤੱਕ ਕਰਵਾਏ ਜਾਣ ਵਾਲੇ ਕਪੂਰਥਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਹੋਣ ਉਪਰੰਤ ਅੱਜ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ, ਆਪ ਹਲਕਾ ਇੰਚਾਰਜ ਗੁਲਸ਼ਨ ਕੁਮਾਰ, ਆਪ ਦੁਆਬਾ ਸੈਕਟਰ ਪਰਮਿੰਦਰ ਸਿੰਘ ਧੋਣ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਗੁਰਪਾਲ ਭਾਰਤੀ, ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਅਤੇ ਪ੍ਰਸ਼ਾਸਕ ਅਧਿਕਾਰੀ ਨੇ ਹੈਰੀਟੇਜ ਫੈਸਟੀਵਲ ਮੇਲੇ ਦੀ ਸ਼ੁਰੂਆਤ ਆਸਮਾਨ ਵਿੱਚ ਗੁਬਾਰੇ ਛੱਡ ਕੇ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ और अपने टूरिज्म मंत्री का बहुत बहुत धन्यवादी हाँ जिन्होंने कपूरथला रियासती शहर है जोड़ा साडा विरासती शहर है उस मेला करवाने लिए एक उपराला किया है। देखो, कपूरथले की बहुत चिरां तो मंग सी कि इसकी विरासत नूं संभालिया जाए, कपूरथले नूं विरासत नाल जोड़िया जाए, सभ्याचार नूं जोड़िया जाए। तो उस मुख नूं मंग नूं मुख रखते हुए जो भगवंत मान साहब ने उपराला किया, ये उपराले के रिजल्ट ये निकलणगे कि जोड़ा साडा यूथ आ वो सभ्याचार नाल जुड़ेगा, पंजाबी सभ्याचार नूं जानेगा तो इस सानूं नशिਆਂ नूं जिहड़े हैगी ठल पाउण दा भी काफ़ी मदद मिलेगी। नौजवान जिहड़े आ नशिਆਂ तो ग्रस्त ने वो इस सभ्याचारक मेले तो प्रेरित हो के इधर नूं अपने कल्चर वाल वधणगे, वो पंजाब दा कल्चर जानणगे कि किवें पुराने जमाने के नौजवान जिहड़े अपनी हैल्थ नूं संभाल के रखते सी, अपने कल्चर नूं संभाल के रखते सी ते अपना ध्यान रखते सी। ठीक है जी। मैं सब तो पहला विशेष तौर पर धन्यवादी हाँ टूरिज्म के कल्चर विभाग पंजाब का कि जिन्ना सदके ये कपूरथला नूं मान प्राप्त होया कि असी दोबारा तो ये हैरीटेज फैसटीवल इत्थे कराउण जा रहे हैं। जिवें कि तुहानूं पता है कपूरथला एक बड़ा इतिहासिक ते हैरीटेज रिच शहर है, तो इहदे विच इहो जे प्रोग्राम, इहो जे समागम होने अपने आप दे विच साडे लई माण दी गल है कि आपां फिर दोबारा मुड़
ਜੋ ਇੱਥੇ ਦੀ ਹੈਰੀਟੇਜ ਹੈ ਲੋਕਾਂ ਤੱਕ ਪਹੁੰਚਾ ਰਹੇ ਨੇ, ਲੋਕਾਂ ਨੂੰ ਇਹਦੇ ਬਾਰੇ ਜਾਣੂ ਕਰਾਉਣ ਲੱਗੇ ਨੇ। ਲੋਕ ਇਹਨੂੰ ਦੇਖਣਗੇ, ਅਗਲੀ ਪੀੜ੍ਹੀ ਅਗਲੀ ਜਨਰੇਸ਼ਨ ਨੂੰ ਇਹਦੀ ਹੈਰੀਟੇਜ ਆਪਣੇ ਕਲਚਰ ਦੇ ਬਾਰੇ ਫਿਰ ਦੁਬਾਰਾ ਪਤਾ ਲੱਗੂਗਾ, ਜਾਣਕਾਰੀ ਉਹਦੇ ਬਾਰੇ ਪਤਾ ਲੱਗੇਗੀ। ਤਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਦੇ ਜੋ ਇੰਤਜ਼ਾਮ ਨੇ, ਇਹਦੇ ਜੋ ਸਾਰੇ ਬੰਦੋਬਸਤ ਨੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਨੇ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਸ ਤੁਹਾਡਾ ਆਪਣੇ ਸ਼ਹਿਰ ਦੇ ਵਿੱਚ ਤੁਹਾਡਾ ਇਹ ਆਪਣਾ ਫੈਸਟੀਵਲ ਹੈ, ਇਹਦੇ ਵਿੱਚ ਤੁਸੀਂ ਸਾਰੇ ਪਰਿਵਾਰ ਦੇ ਨਾਲ ਇੱਥੇ ਪਹੁੰਚੋ। ਸਾਡੇ ਸ਼ਹਿਰ ਦੀ ਜੋ ਇੰਨੀ ਰਿਚ ਹੈਰੀਟੇਜ ਹੈ, ਇੰਨਾ ਰਿਚ ਕਲਚਰ ਹੈ, ਇਹਨੂੰ ਦੇਖਣ ਨੂੰ, ਇਹਨੂੰ ਜੀਣ ਦਾ, ਇਹਨੂੰ ਦੇਖਣ ਦਾ ਤੁਹਾਨੂੰ ਇੱਕ ਮੌਕਾ ਪ੍ਰਾਪਤ ਹੋ ਰਿਹਾ ਹੈ। ਤਾਂ ਸਿਵਲ ਹਸਪਤਾਲ ਕਪੂਰਥਲਾ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮਹਿਮਾ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਸ਼ਾਮ ਦੋ ਗੁੱਟਾਂ ਵਿੱਚ ਲੜਾਈ ਹੋ ਗਈ, ਜਿਸ ਵਿੱਚ ਰਾਜਕੁਮਾਰ ਦੇ ਸਿਰ ਤੇ ਸੱਟਾਂ ਲੱਗਣ ਕਾਰਨ ਉਸ ਦਾ ਲੜਕਾ ਜਸਪ੍ਰੀਤ ਸਿੰਘ ਆਪਣੇ ਪਿਤਾ ਦੇ ਸਿਵਲ ਹਸਪਤਾਲ ਕਪੂਰਥਲਾ ਐਮਰਜੈਂਸੀ ਵਾਰਡ ਵਿੱਚ ਪੱਟੀਆਂ ਕਰਵਾਉਣ ਆਇਆ ਸੀ। ਇਸੇ ਦੌਰਾਨ ਅੱਧੀ ਦਰਜਨ ਤੋਂ ਵੱਧ ਨੌਜਵਾਨ ਨੇ ਜਸਪ੍ਰੀਤ ਸਿੰਘ ਤੇ ਉਸਦੇ ਉੱਪਰ ਹਮਲਾ ਕਰ ਦਿੱਤਾ ਜਦੋਂ ਉਹ ਕਾਰ ਵਿੱਚ ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਸੀ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸਦੇ ਸਿਰ ਤੇ ਵਾਰ ਕੀਤੇ, ਜਿਸ ਕਾਰਨ ਜਸਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ। मेरी नाइट ड्यूटी दौरान तकरीबन 10 को बजे राजकुमार सन ऑफ ज्वाला राम जो कि अपनी हिस्ट्री लेके आए सी विद हिस्ट्री ऑफ अलेज्ड असॉल्ट। इन्हों का लड़ाई झगड़े का केस सीगा। विलेज तलवंडी मਹਿਮਾ ਦੇ ਰਹਿਣ ਵਾਲੇ ਸੀ ਜਿੱਥੇ ਕਿ ਲੜਾਈ ਹੋਈ ਸੀ। ਇਹ ਇਹਨਾਂ ਦਾ MLR ਕੱਟ ਰਹੇ ਸੀ ਤੇ ਸਾਨੂੰ ਬਾਹਰ ਕਾਫੀ ਆਵਾਜ਼ਾਂ ਸੁਣੀਆਂ, ਲੜਾਈ ਝਗੜੇ ਦੀਆਂ ਕਾਫੀ ਆਵਾਜ਼ਾਂ ਸੁਣੀਆਂ। PCR ਨੂੰ ਬੁਲਾਇਆ ਗਿਆ ਫੋਨ ਕਰਕੇ ਤੇ ਮਰੀਜ਼ ਜੋ ਤੱਕ ਅੰਦਰ ਆਇਆ ਜਸਪ੍ਰੀਤ ਗਿੱਲ ਤੇ ਉਹ ਅਨਕੌਂਸ਼ੀਅਸ ਹਾਲਤ 'ਚ ਸੀ। ਉਸ ਦਾ BP ਐਂਡ ਪਲਸ ਅਨਰਿਕਾਰਡੇਬਲ ਸੀ। ਉਸ ਨੂੰ ਉਹਦੇ ਸਿਰ ਤੇ ਕਾਫੀ ਗੰਭੀਰ ਸੱਟਾਂ ਸਨ ਤੇ ਉਹਨੂੰ ਰਿਵਾਈਵ ਕਰਨ ਦੀ ਇਲਾਜ ਦੇ ਅਸੀਂ ਦੌਰਾਨ ਮਰੀਜ਼ ਦੀ ਮ੍ਰਿਤਿੂ ਹੋ ਗਈ। ਠੀਕ ਹੈ ਤੇ ਕੀ ਤੁਹਾਡਾ ਕਿਹੜਾ ਪਰਚਾ ਮੇਰਾ ਲੜਨਾ ਵਾਲਾ ਠੀਕ ਹੈ। ਕੀ ਨਾਮ ਭਾਈ ਸਾਹਿਬ ਤੁਹਾਡਾ? ਰਾਜਕੁਮਾਰ। ਕੀ ਹੋਇਆ ਕੀ? ਉਹ ਲੜਾਈ ਹੋਈ ਪਿੰਡ, ਸਾਡੇ ਪਿੰਡ ਮੇਰਾ ਸਿਰ ਪਾੜ ਦਿੱਤਾ ਕਿ ਮੇਰੇ ਮੁੰਡੇ ਨੂੰ ਵੱਢ ਗਏ। ਅੱਛਾ ਜੀ, ਤੇ ਇਹ ਜਿਹੜਾ ਮੁੰਡਾ ਡੈਥ ਹੋਈ ਹੈ ਤੁਹਾਡਾ ਬੇਟਾ, ਮੁੰਡਾ ਕਿੱਥੇ ਮਾਰਿਆ ਇਹਨੂੰ? ਪੰਜਾਬ ਪੀਰਾਂ ਫਕੀਰਾਂ ਦੀ ਧਰਤੀ ਹੈ, ਜਿੱਥੇ ਸਮਾਜ ਵਿੱਚ ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਇਤਿਹਾਸਿਕ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਜ਼ਿਲ੍ਹਾ ਕਪੂਰਥਲਾ ਨੂੰ ਪੀਰ ਫਕੀਰਾਂ ਨੂੰ ਧਰਤੀ ਮੰਨਿਆ ਜਾਂਦਾ ਹੈ ਤੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਪੂਰਥਲਾ ਰਿਆਸਤ ਦੇ ਸਮੇਂ ਤੋਂ ਪੁਰਾਣੀ ਜੇਲ੍ਹ ਰੋਡ ਤੇ ਨਾਲ ਸਖੀ ਸਰਵਰ ਪੀਰ ਬਾਬਾ ਲਾਲਾ ਸਰਕਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਕਪੂਰਥਲਾ ਰਿਆਸਤ ਦੇ ਰਾਜੇ ਵਿੱਚ ਇਸ ਮੇਲੇ ਵਿੱਚ ਹਾਥੀ ਤੇ ਬੈਠ ਕੇ ਮੇਲੇ ਵਿੱਚ ਪਹੁੰਚਣ ਲਈ ਇਸ ਇਤਿਹਾਸਿਕ ਮੇਲੇ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਸਮਰਾਲਾ ਵਿੱਚ SMO ਡਾਕਟਰ ਤਾਰਿਕ ਜੋਤ ਸਿੰਘ ਤੇ ਹਮਲਾ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਸਿਵਲ ਹਸਪਤਾਲ ਦਾ ਸਵੀਪਰ ਮਾਸਟਰਮਾਈਂਡ ਨਿਕਲਿਆ। ਇੱਕ ਮਹੰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਖੰਨਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ SSP ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਮਿਤੀ 25 ਫਰਵਰੀ 2024 ਨੂੰ ਤਾਰਿਕ ਜੋਤ ਸਿੰਘ ਵਾਸੀ ਗੋਬਿੰਦ ਨਗਰ ਸਮਰਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਸਿਵਲ ਹਸਪਤਾਲ ਸਮਰਾਲਾ ਵਿਖੇ SMO ਡਿਊਟੀ ਕਰ ਰਿਹਾ ਸੀ ਤੇ ਉਸ ਦੀ ਰਿਹਾਇਸ਼ ਸਮਰਾਲਾ ਵਿਖੇ ਹੈ। ਇਕੱਲਾ ਰਹਿੰਦਾ ਹੈ ਤੇ 24/2/2024 ਨੂੰ ਸਵੇਰੇ 11 ਵਜੇ ਦੇ ਕਰੀਬ ਉਹ ਸਿਵਲ ਹਸਪਤਾਲ ਸਮਰਾਲਾ ਤੋਂ ਆਪਣੀ ਕਾਰ ਬੈਰੀਜਾ ਨੰਬਰ ਤੇ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਇੱਕ ਵਰਨਾ ਕਾਰ ਜਿਸ ਵਿੱਚ 3-4 ਲੋਕੀ ਸਵਾਰ ਸਨ, ਇਸ ਵਿੱਚ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਤੇ ਕਾਰ ਵਿੱਚ ਬੈਠੇ ਵਿਅਕਤੀ ਦੇ ਹੱਥ ਵਿੱਚ ਕੋਈ ਚੀਜ਼ ਲੈ ਕੇ ਕਾਰ ਤੋਂ ਹੇਠਾਂ ਉਤਰ ਗਏ ਤੇ ਉਸ ਨੂੰ ਧਮਕੀਆਂ ਦੇਣ ਲੱਗੇ। ਕਾਨਫਰੰਸ ਜੀ ਸਾਡਾ 25 ਤਰੀਕ ਨੂੰ 25 ਫੈਬਰਰੀ ਨੂੰ SMO ਸਮਰਾਲਾ ਡਾਕਟਰ ਤਰਕ ਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਇੱਥੇ ਡਾਕਟਰ ਹੈਗੇ ਸਰਕਾਰੀ, ਉਹਨਾਂ ਤੇ ਇੱਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ। ਉਹਦੇ ਬਿਹਾਫ ਤੇ ਸਮਰਾਲਾ ਪੁਲਿਸ ਸਟੇਸ਼ਨ 'ਚ ਇੱਕ FIR ਲੌਜ ਹੋਇਆ ਸੀਗਾ ਜੀ 341 506 34 IPC 'ਚ। ਉਹਦੀ ਤਫਤੀਸ਼ 'ਚ ਕੱਲ੍ਹ ਸਾਡਾ ਇਹ ਕਾਈਂਡ ਆਫ ਬਲਾਈਂਡ ਕੇਸ ਹੀ ਸੀਗਾ। ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟੀਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ 'ਚ ਜਿਹੜੇ ਮੇਨਲੀ 4 ਵਿਅਕਤੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਦੇ ਸੰਬੰਧ 'ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ। ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਕ੍ਰੈਕ ਕਰਨ 'ਚ ਇਹਦਾ ਸ਼੍ਰੇਅ ਜਾਂਦਾ ਹੈ ਜੀ SPD ਸੌਰਵ ਜਿੰਦਲ, ਇਹਨਾਂ ਦੇ ਅੰਡਰ DSP ਸਮਰਾਲਾ ਤਰਲੋਚਨ ਸਿੰਘ, DSP D ਸੁਖਮ੍ਰਿਤ ਰੰਧਾਵਾ, ਆਪਣੇ ਇੰਚਾਰਜ CIA ਇੰਸਪੈਕਟਰ ਅਮਨਦੀਪ ਸਿੰਘ, SHO ਸਮਰਾਲਾ ਰਾਓ ਵਰਿੰਦਰ,
ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝ-ਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੇ ਨਾਲ ਇਸ ਕੇਸ ਨੂੰ ਕ੍ਰੈਕ ਕੀਤਾ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਜੀ। 25 ਤਰੀਕ ਨੂੰ ਸਾਨੂੰ ਡਾਕਟਰ ਤਰਕਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ, ਅਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਮੈਡੀਕਲ ਵਿੰਗ 'ਚ, ਉਹਨਾਂ ਵੱਲੋਂ ਸਾਨੂੰ ਕੰਪਲੇਂਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਅਰਾਊਂਡ 11:15 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈਜ਼ੀਡੈਂਸ 'ਤੇ ਜਾ ਰਹੇ ਸੀਗੇ, ਉਹ ਸਮਰਾਲੇ ਹੀ ਰਹਿੰਦੇ ਆਪਣੀ ਸਿਵਲ ਹਸਪੀਟਲ ਦੇ ਨੇੜੇ, ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਕਾਰ, ਉਹ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ, ਉਹਦੇ 'ਚ ਆਪਣੇ ਘਰ ਜਾ ਰਹੇ ਸੀਗੇ, ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB 65 ਤੋਂ ਸ਼ੁਰੂ ਹੁੰਦਾ ਸੀ। ਉਹਦੇ 'ਚ 3-4 ਨੌਜਵਾਨ ਸਵਾਰ ਸੀਗੇ। ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ, ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ। ਬਟ ਹੀ ਆਲਸੋ ਸੌ ਕਿ ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ ਵਿਚ ਕੁਡ ਹੈਵ ਬੀਨ ਕੋਈ ਫੇਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ। ਸੋ ਉਸ ਬਿਹਾਫ 'ਤੇ ਅਸੀਂ ਨਾਮਾਲੂਮ ਵਿਅਕਤੀਆਂ ਦੇ ਖਿਲਾਫ FIR ਨੰਬਰ 39 25 ਫੈਬਰਰੀ ਨੂੰ ਲੌਂਚ ਕੀਤੀ ਸੀਗੀ ਅੰਡਰ ਸੈਕਸ਼ਨ 341 506 34 IPC ਥਾਣਾ ਸਮਰਾਲਾ। ਸੋ ਇਸ ਬਿਕੋਜ਼ ਸਾਡੇ ਜ਼ਿਲ੍ਹੇ ਦੇ ਬੜੇ ਹੀ ਰਿਨਾਊਂਡ ਔਰ ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਲ ਹੀ ਬਲਾਈਂਡ ਕੇਸ ਸੀਗਾ, ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ, ਜਿਹਦੇ 'ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ CIA ਵਿੰਗ ਹੈ, ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ। ਕਿਸੇ ਨੇ ਉਹਨੂੰ CCTVs 'ਤੇ ਪੂਰੀ ਟ੍ਰੇਲ ਫੋਲੋ ਕੀਤੀ, ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸਾਇੰਟੀਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ। ਫਾਈਨਲੀ ਸਾਨੂੰ ਕੱਲ੍ਹ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ 'ਚ ਇਨਵੋਲਵਡ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ, ਇਹ ਵਾਸੀ ਬਹਿਲੋਲਪੁਰ ਥਾਣਾ ਮਾਛੀਵਾੜਾ ਸਾਹਿਬ ਦੀ ਹੈਗੀ। ਦੂਜਾ ਮਨਪ੍ਰੀਤ ਸਿੰਘ ਉਰਫ ਮਨੀ, ਇਹ ਵੀ ਵਾਸੀ ਬਹਿਲੋਲਪੁਰ। ਤੀਜਾ ਸੰਜੀਵ ਕੁਮਾਰ ਉਰਫ ਲੱਕੀ, ਇਹ ਰਹਿਣ ਵਾਲਾ ਹੈ ਜੀ ਵਾਰਡ ਨੰਬਰ 1 ਮੁਹੱਲਾ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ। ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ। ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ 'ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ, ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ, ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ, ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ 'ਚ ਸਫਾਈ ਸੇਵਕ ਦਾ ਕੰਮ ਕਰਦੇ ਆ। ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ, ਇਹ ਦੋਨੋਂ ਜਿਹੜਾ ਰੇਨੂ ਮਹੰਤ ਦੇ ਡੇਰੇ 'ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ 'ਚ ਇਹਨਾਂ ਨੂੰ ਬਿਕੋਜ਼ SMO ਸਮਰਾਲਾ ਪੁਰਾਣੇ ਉੱਥੇ ਪੋਸਟਡ ਹੈ, ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਕਜੋਤ ਸਿੰਘ ਹੈ ਇਹ ਦੇਰ ਰਾਤ ਨੂੰ ਆਪਣੇ ਘਰ ਜਾਂਦੇ ਆ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਇਕੱਲੇ ਰਹਿੰਦੇ ਆ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ, ਕੈਸ਼ ਜਾਂ ਆਪਣਾ ਜੋ ਵੀ ਸਮਾਨ ਹੁੰਦਾ, ਉਹਨਾਂ ਦਾ ਘਰ ਵੀ ਨੇੜੇ, ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ। ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਛ ਨਾ ਕੁਛ ਲੁੱਟ-ਖੋਹ ਦੀ ਵਾਰਦਾਤ ਕਰਨਗੇ। ਇਸੇ ਨੀਅਤ ਨਾਲ ਹੀ ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ, ਜੋ ਉਸ ਦਿਨ ਤਾਂ ਪ੍ਰੀਐਮਪਟ ਹੋ ਗਿਆ, ਬਟ ਹੌਲੀ-ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ। ਇਸ ਬਿਹਾਫ 'ਤੇ ਅਸੀਂ ਕੱਲ੍ਹ ਇਹਨਾਂ ਦੇ ਪੁੱਛਗਿੱਛ ਦੇ ਬਿਹਾਫ 'ਤੇ 394 ਔਰ 398 IPC ਦੇ ਸੈਕਸ਼ਨਸ ਦਾ ਵਾਧਾ ਕੀਤਾ ਔਰ 2554 ਅਸਲਾ ਐਕਟ ਦਾ ਵਾਧਾ ਵੀ ਕੀਤਾ, ਕਿਉਂਕਿ ਇਹਨਾਂ ਤੋਂ ਜੋ ਸਾਨੂੰ ਰਿਕਵਰੀਜ਼ ਹੋਈਆਂ ਉਹਦੇ 'ਚੋਂ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹੰਤ ਤੋਂ, ਮਨਪ੍ਰੀਤ ਤੋਂ ਸਾਨੂੰ ਦਾਤਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਖਿਡੌਣਾ, ਟॉय ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ, ਔਰ ਸੰਜੀਵ ਕੁਮਾਰ ਉਰਫ ਲੱਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।